ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਹਾਂ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਤੇ ਆਓ ਫਿਰ ਹੁਣ ਗੱਲਾਂ ਬਾਤਾਂ ਕਰੀਏ ਜੌਲ ਸਾਹਿਬ ਦੇ ਨਾਲ। ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੌਲ ਸਾਹਿਬ। ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਅਸ ਮਿਹਰਬਾਨੀ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਜੀ। ਜੌਲ ਸਾਹਿਬ ਆਓ ਫਿਰ ਸ਼ੁਰੂਆਤ ਕਰੀਏ ਗੱਲਾਂ ਬਾਤਾਂ ਜੋ ਕਿ ਅੱਜ ਕਹਿ ਲਓ ਕਿ 102 ਦਿਨ ਹੋ ਚੁੱਕੇ ਨੇ 2022 ਦਾ, ਤੇ ਟੋਰਾਂਟੋ ਪੁਲਿਸ ਨੇ ਤਕਰੀਬਨ 21,000 ਟਿਕਟਾਂ ਅੰਟਿਲ ਮਾਰਚ 31 ਡੂਰਿੰਗ ਜੇ 90 ਦਿਨ ਦੇ ਦੌਰਾਨ 21,000 ਟਿਕਟਾਂ ਟੂ ਡਰਾਈਵਰਸ ਨੂੰ ਦਿੱਤੀਆਂ ਗਈਆਂ ਸਪੀਡਿੰਗ ਦੇ ਵਾਸਤੇ, ਜਿਸ ਦੇ ਵਿੱਚ 32 ਉਹ ਸਨ ਜਿਹੜੇ ਕੱਲ ਹੀ ਚਾਰਜ ਹੋਏ ਗਏ ਸਨ। ਇਹ ਕੈਂਪੇਨ ਚੱਲ ਰਿਹਾ ਜੀ ਉਹਨਾਂ ਦਾ ਜੋ April 17 ਤੱਕ ਇਹ ਲਾਸਟ ਕਰੇਗਾ, ਪਰੰਤੂ 21,000 ਟਿਕਟਾਂ ਹਲੇ 102 ਦਿਨ ਹੀ ਹੋਏ ਨੇ ਹਲੇ। ਇਹ ਤੋਂ ਪਤਾ ਲੱਗਦਾ ਵੀ ਆਪਾਂ ਜਿੱਦਣ ਟੈਸਟ ਦੇਣ ਜਾਂਦੇ ਆ ਡਰਾਈਵਿੰਗ ਦਾ ਵੀ ਮੈਂ ਬਹੁਤ ਕਮਾਲ ਦਾ ਡਰਾਈਵਰ ਆ, ਮੈਂ ਬਹੁਤ ਕਮਾਲ ਦੀ ਗੱਡੀ ਚਲਾ ਲੈਂਦੀ ਆ, ਤੇ ਜਾਣੀ ਕਿੰਨੀ ਛੇਤੀ ਉਹ ਭੁੱਲ ਭੁਲਾ ਜਾਇਆ ਜਾਂਦਾ, ਜਾਂ ਕਿੰਨੀ ਜਾਣੀ ਕਿ ਉਹ ਡਰਾਮੇਬਾਜ਼ੀ ਆਪਾਂ ਜ਼ਿੰਦਗੀ 'ਚ ਕਰਦੇ ਆ ਉਸ ਦਿਨ ਜੀ। ਤੇ ਜਾਣੀ ਉਹ ਡਰਾਮੇਬਾਜ਼ੀ ਹੋਈ ਨਾ ਵੀ ਉਦੋਂ ਆਪਾਂ ਦਾਅਵਾ ਕੀਤਾ ਵੀ ਮੈਨੂੰ ਬਹੁਤ ਵਧੀਆ ਗੱਡੀ ਚਲਾਉਣੀ ਆ ਗਈ ਆ, ਤੇ ਆਹ ਦੇਖੋ ਵੀ ਜਿੰਨੀ ਪੋਸਟਡ ਸਪੀਡ ਆ ਮੈਂ ਤਾਂ ਉਹ ਤੋਂ 1 ਕਿਲੋਮੀਟਰ ਵੀ ਉੱਤੇ ਨਹੀਂ ਚਲਾਈ ਆ। ਡਰਾਈਵਿੰਗ ਟੈਸਟ ਵਾਲੇ ਦਿਨ ਇਹੀ ਹੁੰਦਾ ਨਾ। ਹੁਣ ਸੋਚਣ ਵਾਲੀ ਗੱਲ ਆ ਵੀ ਜੇ ਆਪਾਂ ਉਸ ਦਿਨ ਪੋਸਟਡ ਸਪੀਡ ਤੋਂ ਥੱਲੇ ਰਹਿ ਸਕਦੇ ਆ ਤੇ ਬਾਅਦ ਵਿੱਚ ਕੀ ਮਾਰ ਵਗੀ ਆ, ਹਨਾ। ਰਾਈਟ। ਤੇ ਬਾਅਦ ਵਿੱਚ ਕੀ ਹੋਇਆ, ਮਤਲਬ ਕਿ ਮੁਸ਼ਰਾਹਟ ਆ ਗਈ ਤੇ ਭੱਲ ਨਹੀਂ ਪਚੀ ਜਦੋਂ ਲਾਇਸੈਂਸ ਜੇਬ ਵਿੱਚ ਪੈ ਗਿਆ। ਹੁਣ ਇਹ 21,000 ਦੇਖੋ 230-35 ਟਿਕਟਾਂ ਪਰ ਡੇ ਬਣਦੀਆਂ ਇਹ ਐਵਰੀ ਡੇ, ਹਨਾ। ਤੇ 21,000 ਟਿਕਟਾਂ ਪਿਛਲੇ ਜਾਣੀ 31 ਮਾਰਚ ਤੱਕ ਸੀਗੀਆਂ। ਇਹ ਅਪ੍ਰੈਲ ਦੇ ਵਿੱਚ 10-11 ਦਿਨ ਨਹੀਂ ਸ਼ਾਮਲ ਹੈਗੇ। 90 ਦਿਨਾਂ ਦੇ ਵਿੱਚ ਅਰਾਊਂਡ ਜਾਣੀ ਕਿ ਵੀ ਇਹ ਸਪੀਡਰਸ ਜਿਹੜੇ ਵਾਇਓਲੇਟਰਸ ਦਾ ਵੀ ਉਹ ਚਾਰਜ ਹੋਣਾ, ਟਿਕਟਾਂ ਮਿਲਣੀਆਂ ਡਰਾਈਵਰਸ ਨੂੰ। ਇਹੋ ਜਿਹੇ ਕੰਮ 'ਚ ਫਿਰ ਜਿਹੜੇ ਕਾਨੂੰਨੀ ਮਾਹਰ ਆ ਉਹਨਾਂ ਨੂੰ ਜਾਣੀ ਮੌਜਾਂ ਆ। ਪਹਿਲਾਂ ਆਪਾਂ ਜਾਣੀ ਕਿ ਵੀ ਚੱਜ ਨਾਲ ਗੱਡੀ ਨਹੀਂ ਚਲਾਉਂਦੀਆਂ, ਮੁੜ ਕੇ ਫਿਰ ਆਪਾਂ ਭੱਜਦੇ ਆ ਵੀ ਹੁਣ ਟਿਕਟ ਮਾਫ਼ ਕਰਾਉਣੀ ਆ। ਪਹਿਲਾਂ ਆਪਾਂ ਟਿਕਟ ਲੈਂਦੇ ਆ, ਗਲਤ ਗੱਡੀ ਚਲਾ ਕੇ ਲੋ ਕਰ ਬੈਠ ਦਿਮਾਗ, ਤੇ ਪਹਿਲਾਂ ਆਪਾਂ ਵਾਅਦਾ ਕਰਕੇ ਆਉਂਦੇ ਆ ਉੱਥੇ ਡਰਾਈਵ ਟੈਸਟ ਵਾਲੇ ਦਿਨ ਵੀ ਮੈਨੂੰ ਗੱਡੀ ਬਹੁਤ ਸੋਹਣੀ ਚਲਾਉਣੀ ਆ ਗਈ ਆ, ਓਕੇ ਜੀ। ਫੇਰ ਆਪਾਂ ਬਹੁਤ ਸੋਹਣੀ ਗੱਡੀ ਨਾ ਚਲਾ ਕੇ ਟਿਕਟ ਲਈ, ਫੇਰ ਆਪਾਂ ਭੱਜ ਪਏ ਵੀ ਹੁਣ ਮੈਨੂੰ ਕੋਈ ਵਕੀਲ ਬਚਾ ਲਵੇ ਵੀ ਟਿਕਟ ਮਾਫ਼ ਕਰਾਉਣੀ ਆ। ਤੇ ਜਾਣੀ ਅਕਲ ਦੀ ਗੱਲ ਤੇ ਇਹੀ ਆ ਵੀ ਜੇ ਡਰਾਈਵਿੰਗ ਲਾਇਸੈਂਸ ਜੇਬ ਵਿੱਚ ਆ ਗਿਆ ਤੇ ਕੀ ਮਤਲਬ ਆ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਡਰਾਈਵਰ ਆ ਜਿਹੜੇ ਉਹ ਚਾਰਜ ਹੋਣ, ਹਨਾ ਜੀ। ਸੋ ਇਹ ਗੱਲ ਹੀ ਸਪਸ਼ਟ ਆ ਵੀ ਜੋ ਕੁਝ ਸਿੱਖਿਆ ਸਿਖਾਇਆ ਸੀ ਉਹ ਸਿਰਫ ਕਿਤਾਬੀ ਗੱਲਾਂ ਸੀ ਤੇ ਉਹ ਇੱਕ ਡਰਾਮੇਬਾਜ਼ੀ ਸੀ। ਤੇ ਬਾਅਦ ਦੇ ਵਿੱਚ ਆਪਾਂ ਜੇ ਢੰਗ ਨਾਲ ਗੱਡੀ ਨਹੀਂ ਚਲਾਉਂਦੇ ਜਾਂ ਫਿਰ ਆਪਣੇ ਉਸੇ ਮੁਖਾਰ ਬਿੰਨ ਚੋਂ ਇਹ ਗੱਲ ਬੋਲਦੇ ਆ ਕਿ 2-4-5 ਕਿਲੋਮੀਟਰ ਉੱਤੇ ਤੇ ਹੋ ਹੀ ਜਾਂਦਾ ਜੀ। ਮੈਂ ਪੁੱਛਦਾ ਜਿੱਦਣ ਟੈਸਟ ਦੇਣ ਗਏ ਸੀ ਉਦਣ ਕਿੰਨੇ ਕਿਲੋਮੀਟਰ ਅਪ ਹੋਇਆ ਸੀ? ਜੇ ਉਦਣ ਇੱਕ ਵੀ ਨਹੀਂ ਸੀ ਹੋਇਆ ਤੇ ਮਤਲਬ ਇਹ ਆ ਵੀ ਪੋਸਟਡ ਸਪੀਡ ਤੇ ਗੱਡੀ ਚਲਾਉਣਾ ਸੰਭਵ ਆ ਜੇ ਡਰਾਈਵਰ ਦੀ ਅਕਲ ਕਾਇਮ ਰਹੇ। ਸੋ ਜਿਹੜੀਆਂ ਜੀ ਵੀ ਬੇਧਿਆਨੀਆਂ ਇਹ ਵੱਡੀ ਤਾਦਾਦ ਦੇ ਵਿੱਚ ਸਾਹਮਣੇ ਆਉਂਦੀਆਂ ਸੜਕਾਂ ਤੇ ਡੇਲੀ ਬੇਸਿਸ ਤੇ। ਹੁਣ ਆਪਾਂ ਦੇਖ ਰਹੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਟੋਰਾਂਟੋ ਪੁਲਿਸ ਨੇ ਇਹ ਆਪਣਾ ਬਲਿਟਸ ਆਪਰੇਸ਼ਨ ਆ ਜਿਹੜਾ ਜੀ ਸ਼ੁਰੂ ਕੀਤਾ। ਉਹਦੇ ਵਿੱਚੋਂ ਮੈਸੇਜ ਵੀ ਇਹ ਦੇ ਰਹੇ ਆ ਵੀ ਜਿਹੜੀ ਸਪੀਡ ਆ ਉਹ ਸਪੀਡ ਜਾਣੀ ਕਿਲਸ, ਵੀ ਇਹ ਹੁਣ ਸਪੀਡਿੰਗ ਦੇ ਨਾਲ ਹੀ ਜਿਹੜੀਆਂ ਮੌਤਾਂ ਜੋ ਘਟਨਾਵਾਂ ਵਾਪਰਦੀਆਂ ਸੜਕਾਂ ਤੇ, ਮੁੜ ਕੇ ਤੇ ਚਲੋ ਭਾਵੇਂ ਨੁਕਸਾਨ ਜਦੋਂ ਹੋ ਜਾਏ ਫਿਰ ਆਪਾਂ ਨੂੰ ਗਸ਼ੀਆਂ ਪੈਣ ਲੱਗ ਜਾਣ, ਆਪਾਂ ਗਲੇਡੂ ਘੇਰਨ ਲੱਗ ਜਾਈਏ, ਮਾਰਕ ਤੇ ਬੇਹੋਸ਼ ਹੋਈਏ, ਦੁੱਖੜੇ ਮਨਾਈਏ। ਤੇ ਪਹਿਲਾਂ ਜਾਣੀ ਸਮੇਂ ਦੇ ਰਹਿੰਦੇ ਆਪਾਂ ਨਹੀਂ ਇਹ ਗੱਲਾਂ ਦੇ ਬਾਰੇ ਸੋਚਦੇ ਜਾਂ ਸੋਚਦੀਆਂ। ਸੋ ਤਦ ਕਰਕੇ ਅੱਜ ਵੀ ਸਪੀਡ ਕਰਕੇ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰਦੀਆਂ ਨੇ ਤੇ ਸਪੀਡ ਕਰਕੇ ਹੀ ਸਭ ਤੋਂ ਜ਼ਿਆਦਾ ਜਿਹੜੇ ਡਰਾਈਵਰ ਆ ਜੀ ਵੀ ਉਹ ਚਾਰਜ ਹੁੰਦੇ ਤੇ ਹੁੰਦੀਆਂ। ਤੇ ਸਪੀਡ ਜਿਹੜੀ ਆ ਕਿਉਂਕਿ ਇਹ ਜਾਨਲੇਵਾ ਆ, ਇਹ ਮੈਸੇਜ ਦੇਣ ਦੇ ਲਈ ਟੋਰਾਂਟੋ ਪੁਲਿਸ ਨੇ ਇਹ ਸਪੈਸ਼ਲ ਜਿਹੜਾ ਆਪਰੇਸ਼ਨ ਆ ਆਪਣਾ ਸੜਕਾਂ ਦੇ ਉੱਤੇ ਸਪੀਡਰਸ ਨੂੰ ਕਾਬੂ ਕਰਨ ਦਾ 17 ਅਪ੍ਰੈਲ ਤੱਕ ਜਾਣੀ ਸਪੈਸ਼ਲ ਉਹ ਚਲਾਉਣਾ ਆ। ਉਦੋਂ ਤੱਕ ਜਾਣੀ ਲੋਕਾਂ ਨੇ ਧੜਾ ਚਾਰਜ ਹੋਣਾ। ਜਾਣੀ ਉਹਨਾਂ ਦਿਮਾਗਾਂ ਦੀ ਬਣਤਰ ਵੀ ਕਈ ਵਾਰੀ ਬੜੀ ਕਮਾਲ ਦੀ ਹੁੰਦੀ ਆ ਅਰਸ਼, ਜਿਨ੍ਹਾਂ ਨੇ ਇਹ ਮਤਲਬ ਹੋਰ ਧਰਤੀਆਂ ਜਿੱਥੋਂ ਆਪਾਂ ਆਏ ਆ ਉੱਥੇ ਵੀ ਏਦਾਂ ਹੀ ਆ ਡਰਾਈਵਰਾਂ ਦਾ ਹਾਲ ਵੀ ਗਾਂ ਜਿਹੜਾ ਫੋਨ ਜਾਂ ਜੋ ਵੀ ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੁੰਦਾ, ਦੱਸੀ ਵੀ ਇੱਧਰ ਪੁਲਿਸ ਵਾਲਾ ਤਾਂ ਨਹੀਂ ਗੱਡੀ ਤਾਂ ਖੜੀ ਹੈ ਜੀ।
ਜਾਣੀ ਆਪਾਂ ਚਲਾਉਣ ਵੀ ਗੱਡੀ ਠੀਕ ਚਲਾਓ, ਜਦੋਂ ਸਾਡੇ ਤੇ ਪੁਲਿਸ ਵਾਲਾ ਖੜਾ ਤੇ ਉਹਦੇ ਨਾਲ ਫਰਕ ਹੀ ਪੈਂਦਾ ਹਨਾ। ਰਾਈਟ। ਪੁਲਿਸ ਵਾਲਾ ਹੁਣ ਆਪਾਂ ਸਾਰੀ ਦੁਨੀਆ 'ਚ ਗਏ ਆ, ਮਤਲਬ ਸਾਨੂੰ ਤਾਂ ਕਦੀ ਕਿਸੇ ਨੇ ਕੋਈ ਕਿਸੇ ਪੁਲਿਸ ਵਾਲੇ ਨੇ ਕਦੀ ਕੁਛ ਨਹੀਂ ਕਿਹਾ ਜੀ, ਖੜੇ ਰਹਿਣ, ਕਦੀ ਖੜੇ ਰਹਿਣ। ਮਤਲਬ ਵੀ ਜੇ ਨਾ ਰਾਹਾਂ ਤੇ ਆਪਾਂ ਗਲਤ ਤੇ ਪਹਿਲਾਂ ਤੁਰਦੇ ਆ, ਫੇਰ ਜਾਣੀ ਪੁਲਿਸ ਨੂੰ ਝਕਾਨੀ ਦੇਣ ਲਈ ਆਪਾਂ ਤਮਾਸ਼ੇ ਵੀ ਕਰਦੇ ਆ ਵੀ ਉਹ ਦੇਖੀ ਗਾਂ ਕਿਤੇ ਪੁਲਿਸ ਵਾਲਾ ਤਾਂ ਨਹੀਂ, ਕਿਤੇ ਕੈਮਰਾ ਤਾਂ ਨਹੀਂ। ਅੱਛਾ ਜਿੱਥੇ ਕੈਮਰਾ ਆ ਉਹ ਫਿਰ ਗਾਂ ਤੋਂ ਗਾਂ ਮੈਸੇਜ ਕਰਕੇ ਦੱਸਣਾ ਵੀ ਉੱਥੇ ਕੈਮਰਾ ਆ, ਮਤਲਬ ਕੈਮਰੇ ਲੱਗੇ ਧਿਆਨ ਨਾਲ ਕੱਢ ਲਈ ਤੇ ਬਾਅਦ ਦੇ ਵਿੱਚ ਤੇਰੀ ਮਰਜ਼ੀ ਆ। ਲੋਕ ਕਰਦੇ ਡਰਾਮੇਬਾਜ਼ੀ, ਆਪਣਾ ਆਪਾਂ ਕਹਿੰਦੇ ਨਾ ਵੀ ਕਿਰਦਾਰ ਆ ਹਨਾ। ਸੋ ਇਸ ਕਰਕੇ ਇਹ ਹੈ ਜੀ ਕਿ ਜਦੋਂ ਆਪਾਂ ਇਹ ਤਮਾਸ਼ੇ ਕਰਦੇ ਆ ਤੇ ਫਿਰ ਇਹ ਤਮਾਸ਼ੇ ਕਿਤੇ ਨਾ ਕਿਤੇ ਜਾਣੀ ਕਿ ਮਹਿੰਗੇ ਜ਼ਰੂਰ ਪੈਂਦੇ ਆ। ਜਿੱਦਾਂ ਕਿ ਇਹ ਹੁਣ ਡਰਾਈਵਰ ਜਾਣੀ ਕਿ ਮੈਜੋਰਿਟੀ ਦੇ ਵਿੱਚ ਪੁਲਿਸ ਇਹ ਕਹਿੰਦੀ ਆ ਅਰਸ਼ ਵੀ ਜਿਹੜੇ ਇਹ ਬੇਧਿਆਨੀ ਸਪੀਡਿੰਗ ਵਗੈਰਾ 'ਚ ਚਾਰਜ ਹੁੰਦੇ ਸੜਕਾਂ ਤੇ ਹੁੰਦੀਆਂ ਵੀ ਉਹਨਾਂ ਵਿੱਚ ਨੈਚੁਰਲੀ ਵੀ ਇੱਕ ਤਾਂ ਇਹਨਾਂ ਦੇ ਵਿੱਚ 85% ਤੱਕ ਜਿਹੜੇ ਆ ਵੀ ਉਹ ਮੇਲ ਆ, ਜਾਣੀ ਕਿ ਬੰਦੇ ਆ ਹਨਾ। 85% ਤੱਕ, 15% ਜਿਹੜੀਆਂ ਬੀਬੀਆਂ ਵੀ ਹੈ ਵੀ ਉਹਨਾਂ ਨੂੰ ਭੁੱਲ ਗਿਆ ਵੀ ਜਿੱਦਣ ਡਰਾਈਵ ਟੈਸਟ ਦਿੱਤਾ ਸੀ ਉਦੋਂ ਕੀ ਵਾਅਦੇ ਕੀਤੇ ਸੀ, ਉਦੋਂ ਕਿੱਦਾਂ ਜਾਨ ਕੰਬਦੀ ਸੀ ਵੀ ਅੱਜ ਕੋਈ ਗਲਤੀ ਨਾ ਹੋ ਜੇ, ਬਾਅਦ 'ਚ ਕਿੱਦਾਂ ਗਲਤੀਆਂ ਹੋਣ ਲੱਗ ਗਈਆਂ, ਮਤਲਬ ਕਿ ਭੁੱਲ ਭੁਲਾ ਗਏ ਆਪਾਂ। ਉਦੋਂ ਜਾਣੀ ਤਮਾਸ਼ਾ ਕੀਤਾ ਵੀ ਗੱਡੀ ਚਲਾਉਣੀ ਆਉਂਦੀ ਆ ਤੇ ਬਾਅਦ ਦੇ ਵਿੱਚ ਅਸਲੀਅਤ ਜਿਹੜੀ ਉਹ ਸਾਹਮਣੇ ਆ ਰਹੀ ਹੈ ਸੜਕਾਂ ਤੇ। ਹਾਂ ਇਹ ਹੁਣ ਜਦੋਂ 85% ਇਹਦੇ ਵਿੱਚ ਜਾਣੀ ਮੇਲ ਆ, ਇਹਨਾਂ ਵਿੱਚੋਂ ਫਿਰ ਗਾਂ ਜਿਹੜੇ 60% ਤੋਂ ਵੀ ਜ਼ਿਆਦਾ ਉਹ ਹੁੰਦੇ ਆ, ਉਹ ਹੁੰਦੀਆਂ ਆ ਜਿਨ੍ਹਾਂ ਦੀ ਉਮਰ 18 ਤੋਂ 34 ਦੇ ਵਿਚਾਲੇ ਆ। ਇੱਕ ਏਜ ਗਰੁੱਪ ਸਮਝਿਆ ਜਾਂਦਾ ਜਿਹਦੇ ਵਿੱਚ ਕਿ ਘਾਟੇ ਵਾਧੇ ਨਹੀਂ ਵਾਲੇ ਇਨਸਾਨ ਸੋਚਦਾ ਹੁੰਦਾ ਜਾਂ ਸੋਚਦੀ ਹੁੰਦੀ ਹੈ ਨਾ। ਜਸਟ ਡਿਸੀਜਨਸ ਬਣਾਏ ਜਾਂਦੇ ਆ ਵੀ ਭਾਵੇਂ ਉਹ ਜ਼ਿੰਦਗੀ ਦੇ ਵਾਸਤੇ ਮਾਰੂ ਨੁਕਸਾਨਦੇਹ ਕਿਉਂ ਨਾ ਹੋਣ, 18 ਤੋਂ ਲੈ ਕੇ 34-35 ਸਾਲ ਦੀ ਏਜ। ਸੋ ਵਾਸਟ ਮੈਜੋਰਿਟੀ ਉਹ ਡਰਾਈਵਰ ਫੜ ਹੋ ਰਹੇ, ਚਾਰਜ ਹੋ ਰਹੇ ਜਿਨ੍ਹਾਂ ਦੀ ਉਮਰ ਇਹ ਆ 35 ਸਾਲ ਤੋਂ ਘੱਟ ਆ ਕਹਿ ਲਓ, ਤੇ ਜਿਹੜੇ ਉਹਦੇ ਵਿੱਚ ਜਾਣੀ 15% ਜਾਣੀ ਬੀਬੀਆਂ ਔਰਤਾਂ ਆ, 85% ਜਿਹੜੇ ਉਹ ਬੰਦੇ ਆ। ਪਰ ਥੱਲੀ ਜਿਹੜੀ ਆ ਵੀ ਸੜਕਾਂ ਤੇ ਉਹ ਪੂਰੀ ਆ। ਮਤਲਬ ਬਾਵਜੂਦ ਇਸਦੇ ਕਿ ਆਪਾਂ ਜਦੋਂ ਡਰਾਈਵ ਟੈਸਟ ਦੇਣ ਜਾਂਦੇ ਆ ਉਦੋਂ ਤਮਾਸ਼ਾ ਆਪਾਂ ਕੋਈ ਹੋਰ ਕਰਦੇ ਆ ਤੇ ਅਸਲੀਅਤ ਸੜਕਾਂ ਤੇ ਜਿਹੜਾ ਜੀ ਵੀ ਉਹ ਗਿਰਗਟ ਵਾਲਾ ਰੰਗ ਆ ਜਿਹੜਾ ਬਾਅਦ 'ਚ ਸਾਹਮਣੇ ਆਉਂਦਾ ਕਈ ਵਾਰੀ। ਜਦੋਂ ਮਾਂ ਆਪਣੇ ਬੱਚੇ ਨੂੰ ਭੇਜਦੀ ਹੈ ਜੀ ਬੜੇ ਚਾਵਾਂ ਦੇ ਨਾਲ ਕਿ ਮੇਰਾ ਮੁੰਡਾ ਅੱਗੇ ਵਧੂਗਾ ਜੀ, ਕੁਛ ਬਣੂਗਾ ਲਾਈਫ ਦੇ ਵਿੱਚ, ਕੁਛ ਕਰੂਗਾ, ਕੁਛ ਮਾਂ ਪਿਓ ਦਾ ਨਾਂ ਰੌਸ਼ਨ ਕਰੂਗਾ, ਅਤੇ ਜਦੋਂ ਇੱਕ ਅਨਹੋਣੀ ਇੱਦਾਂ ਦੀ ਹੋ ਜਾਂਦੀ ਹੈ ਜੋ ਸਾਡੇ ਵਾਸਤੇ ਕਮਿਊਨਿਟੀ ਵਾਸਤੇ ਐਡੀ ਸ਼ੌਕਿੰਗ ਨਿਊਜ਼ ਸੀ। ਕਾਰਤਿਕ ਵਾਸੂਦੇਵ ਜੋ ਉਹਦੇ ਪੂਰੇ ਅੰਤਮ ਰਸਮਾਂ ਦੇ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਨੇ ਜੀ, ਜਿੱਥੇ ਉਹਨਾਂ ਦੀ ਫੈਮਿਲੀ ਯੂਪੀ ਦੇ ਵਿੱਚ ਜੋ ਗਾਜ਼ੀਆਬਾਦ ਤੋਂ ਆਈ ਥਿੰਕ ਬਿਲੋਂਗ ਕਰ ਰਹੇ ਨੇ, ਪਰੰਤੂ ਉਹਨਾਂ ਦੇ ਜੋ ਅੰਤਮ ਰਸਮਾਂ ਦੇ ਹੋਰ ਪ੍ਰੈਪਰੇਸ਼ਨਸ ਨੇ ਉਹ ਲੋਟਸ ਫਿਊਨਰਲ ਹੋਮ ਵੱਲੋਂ ਕਰਾਏ ਜਾ ਰਹੇ ਨੇ। ਬਹੁਤ ਦੁਖਨਾਕ ਇਹ ਹਾਦਸਾ ਹੋਇਆ ਜੀ, ਅਨਆਇਡੈਂਟੀਫਾਈਡ ਸ਼ੂਟਰ ਇਹ ਜੋ ਫਰਾਈਡੇ ਨੂੰ ਹਾਦਸਾ ਹੋਇਆ ਜੌਲ ਸਾਹਿਬ, ਬਹੁਤ ਦੁੱਖ ਲੱਗਾ ਜੀ ਇਸ ਨੂੰ ਸੁਣ ਕੇ ਵੀ। ਐਂਡ ਗਾਜ਼ੀਆਬਾਦ ਤੋਂ ਬਿਲੋਂਗ ਕਰ ਰਹੇ ਸੀ। ਬਿਲਕੁਲ ਅਰਸ਼, ਜਿੰਨਾ ਦੁੱਖ ਮਨਾਈਏ ਕਾਰਤਿਕ ਦੀ ਇਹ ਅਣਕਿਆਸੀ ਡੈਥ ਦਾ, ਮੌਤ ਦਾ, ਉਦੋਂ ਜਦੋਂ ਕਿ ਆਇਆ ਤਾਂ ਮਿਹਨਤ ਨਾਲ ਉਹ ਜ਼ਿੰਦਗੀ ਦਾ ਸਵਰਗ ਸਿਰਜਣ ਸੀਗਾ। ਹਰ ਵਿਅਕਤੀ ਜਦੋਂ ਆਪਣੀ ਮਿਹਨਤ ਕਰਕੇ ਜਾਣੀ ਉਹਨੇ ਦੇਸ਼ ਬਦਲਣਾ ਆ ਤੇ ਉਹਦੇ ਮਨ ਦੇ ਵਿੱਚ ਭਾਵਨਾ ਕਿਸੇ ਬੈਟਰ ਲਾਈਫ ਦੀ ਆ ਹਨਾ, ਐਕਸਪੈਕਟੇਸ਼ਨ ਆ। ਤੇ ਜਿਸ ਤਰ੍ਹਾਂ ਤੁਸੀਂ ਫੈਮਿਲੀ ਦਾ ਕਿਹਾ, ਫੈਮਿਲੀ ਵੀ ਉਸ ਬੱਚੇ ਨੂੰ, ਉਸ ਬੱਚੀ ਨੂੰ ਹੀ ਪੁਸ਼ ਕਰ ਸਕਦੇ ਆ, ਉਹਦੀ ਸਪੋਰਟ ਹੈਲਪ ਕਰ ਸਕਦੇ ਆ ਜੀ। ਜਿਹੜੇ ਬੱਚੇ ਦੇ ਅੰਦਰ ਵੀ ਕੋਈ ਚਿਣਗ ਹੋਵੇ ਵੀ ਮੈਂ ਵੀ ਕੁਛ ਕਰਨਾ ਆ ਜ਼ਿੰਦਗੀ 'ਚ, ਮੈਨੂੰ ਜੇ ਅਪਰਚੁਨਿਟੀ ਮਿਲ ਜਾਏ ਤਾਂ ਹਨਾ। ਜੀ 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 ਜੀ। ਤੇ ਹੁਣ ਕੈਨੇਡਾ ਨੂੰ, US ਨੂੰ, ਆਪਾਂ ਇਹਨਾਂ ਵੈਸਟਰਨ ਕੰਟਰੀਜ਼ ਨੂੰ, ਚਲੋ ਮਾੜੇ ਤੇ ਗੋਰੇ ਗੋਰੀਆਂ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ, ਇਹੋ ਜਿਹੀਆਂ ਗੱਲਾਂ ਵੀ ਕਰਦੇ ਆ ਵਿੱਚ ਆਪਾਂ ਨਸਲਵਾਦੀ ਖੁਦ ਹੋ ਕੇ, ਤੇ ਜਾਣੀ ਭੱਜਦੇ ਵੀ ਇਹਨਾਂ ਵੱਲ ਨੂੰ ਹੀ ਆ ਹਨਾ, ਭੱਜਦੇ ਵੀ ਇਹਨਾਂ ਦੇ ਦੇਸ਼ਾਂ ਵੱਲ ਨੂੰ ਹੀ ਆ। ਜਹਾਜ਼ ਦੇ ਵਿੱਚ ਲੁੱਕ ਕੇ ਵੀ, ਪਾਸਪੋਰਟ ਪਾੜ ਕੇ ਵੀ, ਕੰਧਾਂ ਕੋਲੇ ਟੱਪ ਕੇ ਵੀ, ਤਾਰਾਂ ਟੱਪ ਕੇ ਵੀ, ਜੰਗਲਾਂ ਦੇ ਵਿੱਚ ਤੁਰ ਤੁਰ ਕੇ ਵੀ, ਮਾਰ ਕਿਸੇ ਪਰਿਵਾਰ 'ਚ ਨਕਲੀ ਵਿਆਹ ਕਰਾ ਕੇ ਵੀ ਸਾਡੇ ਤਮਾਸ਼ੇ। ਹੁਣ ਆਪਾਂ ਨੂੰ ਪਤਾ ਹੀ ਆ ਵੀ ਕਲਚਰ ਆਪਾਂ ਮਾਨਤਾ ਦਿੱਤੀ ਹੋਈ ਆ ਇਹੋ ਵੀਜ਼ਾ ਤੇ ਇਮੀਗ੍ਰੇਸ਼ਨ ਦੇ ਫਰਾਡਾਂ ਨੂੰ, ਦਹਾਕਿਆਂ ਤੋਂ ਪੀੜ੍ਹੀ ਦਰ ਪੀੜ੍ਹੀ ਆਪਾਂ ਟਰਾਂਸਫਰ ਕਰ ਰਹੇ ਆ ਇਸ ਫਰਾਡ ਨੂੰ। ਤੇ ਨਾਲ ਜਿਹੜਾ ਕਵੇ ਵੀ ਇਹ ਫਰਾਡ ਮਾੜੀ ਗੱਲ ਆ ਤੇ ਆਪਾਂ ਨੂੰ ਕਿਤੇ ਨਾ ਕਿਤੇ ਅਕਲ ਕਰ ਲੈਣੀ ਚਾਹੀਦੀ ਆ, ਸਪੈਸ਼ਲੀ ਜਦੋਂ ਸੁਪਨਿਆਂ ਦੇ ਦੇਸ਼ ਦਾ ਪਾਸਪੋਰਟ ਜੇਬ 'ਚ ਪੈ ਜਾਏ ਉਦੋਂ ਤਾਂ ਸਿੱਧੇ ਤੁਰ ਪਈਏ, ਕਿਸੇ ਦੇ ਸਕੇ ਹੋ ਜਾਈਏ। ਪਰ ਜਾਣੀ ਕਿ ਨਹੀਂ, ਆਪਾਂ ਇੱਦਾਂ ਨਹੀਂ ਕਰਦੇ ਹਾਂ ਵੱਡੀ ਤਾਦਾਦ ਦੇ ਵਿੱਚ। ਉਹਦੇ ਵਿੱਚ ਇਹ ਕਰਦਿਆਂ ਕਰਾਉਂਦੀ ਜਾਣੀ ਇੱਛਾ ਇਹ ਹੁੰਦੀ ਆ ਵੀ ਆਪਾਂ ਗੁਰੂਆਂ ਦੀ ਵਰਸੋਈ ਧਰਤੀ ਤੋਂ ਨਿਕਲ ਕੇ ਤੇ ਕਿਤੇ ਹੋਰ ਧਰਤੀ ਵੱਲ ਨੂੰ ਚੱਲੀਏ ਤੇ ਉੱਥੇ ਆਪਰਚੁਨਿਟੀ ਜ਼ਿਆਦਾ ਮਿਲ ਜੂਗੀ। ਉਹਦੇ ਵਿੱਚ ਫਿਰ ਹੁਣ ਇਹ ਆ ਜੀ ਵੀ ਭਾਰਤ ਦੇ ਅਲੱਗ-ਅਲੱਗ ਕੋਨਿਆਂ ਤੋਂ, ਗੁਰੂਆਂ ਦੀ ਵਰਸੋਈ ਧਰਤੀ ਤੋਂ ਹੀ ਨਹੀਂ ਵੀ ਹੁਣ ਜਾਣੀ ਕਿ ਲੋਕ ਇੱਥੇ ਆ ਰਹੇ ਆ
ਤੇ ਗਾਜ਼ੀਆਬਾਦ ਜਾਣੀ ਇਹ ਪਹਿਲੀ ਵਾਰੀ ਨਿਊਜ਼ ਵਿੱਚ ਆਇਆ ਵੀ ਗਾਜ਼ੀਆਬਾਦ ਤੋਂ ਵੀ ਨੌਜਵਾਨ ਜਿਹੜੇ ਅੱਜ ਇੱਥੇ ਆਉਣੇ ਸ਼ੁਰੂ ਹੋ ਗਏ ਆ। ਯੂਪੀ ਦਾ ਦਿੱਲੀ ਦੇ ਨੇੜੇ ਪਿੰਡਾ ਸ਼ਹਿਰ ਕਾਰਤਿਕ ਵਾਸੂਦੇਵ, ਤੇ ਇਹਨੂੰ ਜੀ ਤੇਰੇ ਹੁਣ ਇਹਦੀ ਕੱਲ ਨਾ ਗੱਲ ਹੋਈ ਸੀ ਹਰਮਿੰਦਰ ਹੰਸੀ ਹੁਣਾਂ ਦੇ ਨਾਲ ਬੜੇ ਡਿਟੇਲ ਦੇ ਵਿੱਚ, ਜੀ ਜੀ ਜੀ, ਜਿਹੜੇ ਫਿਊਨਰਲ ਹੋਮ ਤੋਂ ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਤੇ ਹਰਮਿੰਦਰ ਹੰਸੀ ਜੀ। ਹਾਂਜੀ, ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਵੀਕਐਂਡ ਦੇ ਦੌਰਾਨ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਵੀਕਐਂਡ ਦੇ ਦੌਰਾਨ ਨਾ ਉਹ ਅਪਲਾਈ ਨਹੀਂ ਸੀ ਕਰ ਸਕਦੇ ਡੈਥ ਸਰਟੀਫਿਕੇਟ, ਤੇ ਓਨਟਾਰੀਓ ਦੀ ਗਵਰਨਮੈਂਟ ਨੂੰ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਹੀਦਾ ਵੀ ਵੀਕਐਂਡ ਤੇ ਵੀ ਜਾਣੀ ਕਿ ਵੀ ਉਹ ਡੈਥ ਸਰਟੀਫਿਕੇਟ ਅਪਲਾਈ ਕਰ ਸਕਣ, ਤਾਂ ਕਿ ਜਿਹੜਾ ਅਨਡਿਊ ਡਿਲੇ ਹੁੰਦਾ ਬੋਡੀ ਡਿਸਪੈਚ ਕਰਨ ਦੇ ਵਿੱਚ, ਇੰਡੀਆ ਭੇਜਣ ਦੇ ਵਿੱਚ, ਉਹ ਫਿਰ ਜਾਣੀ ਕਿ ਨਾ ਹੋਵੇ। ਸੋ ਹੁਣ ਮਤਲਬ ਜੇ ਡੈਥ ਸਰਟੀਫਿਕੇਟ ਨਹੀਂ ਮਿਲਦਾ ਤੇ ਬਾਕੀ ਦੀਆਂ ਕਾਰਵਾਈਆਂ ਇੰਡੀਅਨ ਕੌਂਸੂਲੇਟ ਵੀ ਸਪੋਰਟ ਨਹੀਂ ਹੋਣਾ ਚਿਰ ਉਹ ਕਾਗਜ਼ੀ ਕਾਰਵਾਈ ਪੂਰੀ ਕਰ ਸਕਦੇ। ਸੋ ਉਸ ਲਿਹਾਜ਼ ਨਾਲ ਜੀ ਵੀ ਇਹ ਜਾਣੀ ਫਿਰ ਉਹ ਕਹਿੰਦੇ ਸੀਗੇ ਵੀ ਬੋਡੀ ਦੀ ਜਾਣੀ ਟਿਕਟ ਉਹ ਬੁੱਕ ਕਰਾਉਂਦੇ ਨੇ। ਸੋ ਟਿਕਟ ਹੁਣ ਦੇਖੋ ਵੀ ਇਹ ਡੱਬੇ ਦੇ ਵਿੱਚ ਲਾਸਟ ਟਿਕਟ ਤਾਂ ਬੰਦ ਹੋ ਕੇ ਜਾਣੀ ਆ, ਤੇ ਫਿਰ ਭਾਰ ਦੇ ਲਿਹਾਜ਼ ਦੇ ਨਾਲ ਤੇ ਵੋਲਿਊਮ ਦੇ ਲਿਹਾਜ਼ ਦੇ ਨਾਲ ਅਰਸ਼ੋ ਦੱਸਦੇ ਸੀਗੇ ਵੀ ਜਿੰਨਾ ਭਾਰ ਹੋਵੇ ਡੱਬੇ ਦਾ, ਬੋਡੀ ਦਾ ਕਹਿ ਲਓ, ਤੇ ਜਿੰਨਾ ਹੀ ਫਿਰ ਉਹ ਜਗ੍ਹਾ ਘੇਰੇ ਜਹਾਜ਼ ਦੇ ਵਿੱਚ ਕਾਰਗੋ ਦੇ ਤੌਰ ਤੇ, ਉਸ ਲਿਹਾਜ਼ ਨਾਲ ਜਿਹੜੀ ਵੀ ਏਅਰਲਾਈਨ ਆ ਉਹ ਚਾਰਜ ਕਰਦੀ ਆ, ਹਨਾ। ਉਹ 10 ਤੋਂ ਲੈ ਕੇ $13,000 ਤੱਕ ਦਾ ਖਰਚਾ ਜਿਹੜਾ ਜੀ ਕੁੱਲ ਮਿਲਾ ਕੇ ਸਾਰੇ ਤੁਹਾਨੂੰ ਪਤਾ ਵੀ ਫਿਊਨਰਲ ਹੋਮ ਦੇ ਉਹ ਕੁੱਲ ਮਿਲਾ ਕੇ ਜਾਣੀ ਇਹ ਐਕਸਪੈਕਟ ਕੀਤਾ ਜਾਂਦਾ। ਉਹਦੇ ਵਿੱਚ ਨਾ ਉਹਨਾਂ ਨੇ ਬੜਾ ਆਪਣੇ ਮਨ ਦੇ ਥੋੜੇ ਰੋਸੇ ਵੀ ਜਾਣੀ ਉਹਨਾਂ ਨੇ ਮਨ ਦੇ ਆਪਣੀ ਸਥਿਤੀ ਦੱਸੀ ਵੀ ਕਿਹੜੇ ਕਿਹੜੇ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪੈਂਦਾ ਜਦੋਂ ਇਹੋ ਜਿਹੀਆਂ ਹਾਲਾਤ ਵਾਪਰਦੇ ਨੇ, ਹਨਾ। ਇੱਕ ਤੇ ਉਹਨਾਂ ਨੇ ਇਹ ਕਿਹਾ ਵੀ ਜਾਣੀ 8 ਲਾਸ਼ਾਂ ਉਹਨਾਂ ਨੇ ਆਪਣੀ ਫਿਊਨਰਲ ਹੋਮ ਦੇ ਵਿੱਚੋਂ ਹੀ ਇਹ ਪਿਛਲੇ ਜਾਣੀ ਮਹੀਨੇ ਇੰਡੀਆ ਭੇਜੀਆਂ। ਇੱਕ ਫਿਊਨਰਲ ਹੋਮ ਤੋਂ ਜਾਣੀ 8 ਗਈਆਂ, ਹਨਾ। ਤੇ ਇੱਧਰੋਂ ਬਰੈਂਪਟਨ ਤੋਂ ਵੀ ਆਪਾਂ ਨੂੰ ਪਤਾ ਵੀ ਉਹ 5 ਤੇ ਇਕੱਠੀਆਂ ਹੀ ਗਈਆਂ ਸੀਗੀਆਂ ਕ੍ਰੀਮੇਟੋਰੀਅਮ ਦੇ ਵਿੱਚੋਂ। ਸੋ ਕੁੱਲ ਮਿਲਾ ਕੇ 15 ਲਾਸ਼ਾਂ ਤੇ ਜਾਣੀ 2 ਫਿਊਨਰਲ ਹੋਮਾਂ ਦੇ ਵਿੱਚੋਂ ਗਈਆਂ, ਤੇ ਬਾਕੀ ਕੈਨੇਡਾ ਭਰ ਵਿੱਚ ਕੀ ਹਾਲਤ ਆ ਆਪਾਂ ਨੂੰ ਅਜੇ ਨਹੀਂ ਬਹੁਤੇ ਇਹਦੇ ਬਾਰੇ ਅੰਕੜੇ ਹੈਗੇ। ਤੇ ਜਾਣੀ ਇੱਕ ਮਹੀਨੇ 'ਚ 2 ਫਿਊਨਰਲ ਹੋਮਸ ਦੇ ਵਿੱਚੋਂ 15 ਲਾਸ਼ਾਂ ਭਾਰਤ ਲਗਭਗ ਗਈਆਂ, ਤੇ ਉਹਦੇ ਵਿੱਚੋਂ ਬਹੁਤੀਆਂ ਲਾਸ਼ਾਂ ਜਾਣੀ ਪੰਜਾਬ 'ਚ ਗਈਆਂ ਜੀ, ਪੰਜਾਬ 'ਚ ਗਈਆਂ। ਤੇ ਹੁਣ ਫਿਰ ਮੌਤ ਦਾ ਕਾਰਨ ਕੀ ਹੈ, ਤੇ ਕਹਿ ਰਹੇ ਸੀ ਹਰਮਿੰਦਰ ਹੰਸੀ ਵੀ ਜ਼ਿਆਦਾ ਜਿਹੜੇ ਆ ਨਾ ਵੀ ਕੇਸਿਸ ਇੱਦਾਂ ਆਉਂਦੇ ਵੀ ਆ ਕੋਲੀਜਨਸ, ਟੱਕਰਾਂ ਜਿਹੜੀਆਂ ਸੜਕਾਂ ਤੇ ਹੁੰਦੀਆਂ, ਆਪਾਂ ਐਕਸੀਡੈਂਟ ਨਹੀਂ ਕਹਿ ਰਹੇ, ਕੋਲੀਜਨਸ ਕਹਿ ਰਹੇ ਆ, ਹਨਾ, ਵੀ ਟੱਕਰਾਂ ਜਿਹੜੀਆਂ ਗੱਡੀਆਂ 'ਚ ਗੱਡੀਆਂ ਵੱਜ ਗਈਆਂ ਜੀ। ਤੇ ਜਾਂ ਫਿਰ ਇਹ ਸੁਸਾਈਡ ਮਤਲਬ ਆਤਮ ਹੱਤਿਆ, ਖੁਦਕੁਸ਼ੀ, ਆਪਣੇ ਆਪ ਨੂੰ ਆਪੇ ਮਾਰ ਲਿਆ, ਤੇ ਜਾਂ ਫਿਰ ਜਿਹੜਾ ਇਹ ਨਸ਼ੇ ਦੀ ਓਵਰਡੋਜ਼ ਆ, ਨਸ਼ੇ ਦੀ ਓਵਰਡੋਜ਼ ਆ। ਸੋ ਇਹ ਨਸ਼ੇ ਦੀ ਓਵਰਡੋਜ਼ ਹੁਣ ਕੈਨੇਡਾ ਦੀ ਧਰਤੀ ਤੇ ਆ ਕੇ ਮਤਲਬ ਕੋਈ ਸੁਪਨਿਆਂ ਦੇ ਨਾਲ ਆਇਆ ਹੋਵੇ ਵਿਅਕਤੀ ਤੇ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਬੋਡੀ ਆ ਜਿਹੜੀ ਉਹ ਇੰਡੀਆ ਜਾਵੇ, ਇਹ ਗੱਲਾਂ ਸੋਚਣ ਵਾਲੀਆਂ ਜ਼ਰੂਰ ਹੈਗੀਆਂ ਜੀ। ਪਰ ਇੱਕ ਗੱਲ ਉਹਨਾਂ ਨੇ ਹੋਰ ਬੜੀ ਕਮਾਲ ਦੀ ਦੱਸੀ ਅਰਸ਼, ਉਹ ਕਹਿੰਦੇ ਵੀ ਜਦੋਂ ਏਦਾਂ ਕੋਈ ਬੋਡੀ ਆ ਜਾਂਦੀ ਆ ਤੇ ਫਿਰ ਕਮਿਊਨਿਟੀ ਦੇ ਵਿੱਚੋਂ ਜਾਣੀ ਘੜਮ ਚੌਧਰੀ ਵੀ ਕਾਫੀ ਅੱਗੇ ਆਉਂਦੇ ਆ ਵੀ ਅਸੀਂ ਮਦਦ ਕਰਨੀ ਆ ਜੀ। ਤੇ ਜਦੋਂ ਉਹਨਾਂ ਨੂੰ ਵਾਕਿਆ ਹੀ ਕਹੀਏ ਮਦਦ ਕਰਨ ਨੂੰ ਵੀ ਰੱਖੋ ਜੀ ਇੱਥੇ $200, $400, $500 ਤੇ ਬਾਕੀ ਅਸੀਂ ਪਾਉਂਦੇ ਆ, ਤੇ ਫੇਰ ਜਾਣੀ ਉਹ ਹੱਥ ਪਿੱਛੇ ਆਪ ਵੀ ਖਿੱਚ ਲੈਂਦੇ ਘੜਮ ਚੌਧਰੀ, ਹਨਾ, ਆਪਣੀ ਜੇਬ ਤੋਂ ਕੱਢੀ ਨਾਲ। ਫਿਰ ਜਾਣੀ ਕਿ ਫੋਟੋ ਖਿਚਾਉਣ ਦਾ ਜਿਹੜਾ ਕਲਚਰ ਆ ਘੜਮ ਚੌਧਰੀਆਂ ਦੇ ਵਿੱਚ ਕਹਿ ਲਓ ਜਾਂ ਆਪੇ ਬਣੇ ਲੀਡਰਾਂ 'ਚ ਹੋਊਗਾ ਵੀ ਅਸੀਂ ਬੋਡੀ ਜਾਣੀ ਕਿ ਵੀ ਜੀ ਮਦਦ ਵੀ ਕਰ ਰਹੇ ਹਾਂ, ਤੇ ਨਾਲ ਅਸੀਂ ਆਪਣਾ ਬੈਨਰ ਲਾ ਕੇ ਜਾਣੀ ਵੀ ਬਹੁਤ ਦਿਖਾਉਣਾ ਆ ਵੀ ਅਸੀਂ ਬੜੀ ਮਦਦ ਕਰ ਰਹੇ ਹਾਂ, ਵੀ ਫੋਟੋ ਵੀ ਖਿਚਾਉਣੀ ਆ, ਬਾਅਦ ਚਰਚਾ ਵੀ ਕਰਨੀ ਵੀ ਅਸੀਂ ਕੁਛ ਕੀਤਾ। ਜਾਣੀ ਉਹਨਾਂ ਨੇ ਜੇ ਇੱਕ ਲਾਸ਼ ਵਾਸਤੇ ਕੁੜਤਾ ਪਜਾਮਾ ਵੀ ਦੇਣਾ ਨਾ, ਫਰਜ਼ ਕਰੋ ਵੀ ਇੱਕ ਕੁੜਤਾ ਪਜਾਮਾ ਵੀ ਜੇ ਇੱਕ ਲਾਸ਼ ਨੂੰ ਪਵਾਉਣ ਵਾਸਤੇ ਕਿਸੇ ਨੇ ਦੇਣਾ, ਤੇ ਉਹਨੇ ਪਹਿਲਾਂ ਆ ਕੇ ਜਾਣੀ ਆਪਣੀ ਸੰਸਥਾ ਦਾ, ਪਾਰਟੀ ਦਾ ਉੱਥੇ ਬੈਨਰ ਲਾਉਣਾ, ਫਿਰ ਰਸਮਾਂ ਕਰਨੀਆਂ, ਫਿਰ ਫੋਟੋ ਖਿੱਚਣੀ, ਫਿਰ ਉਹਦੀ ਚਰਚਾ ਕਰਨੀ ਕਿ ਅਸੀਂ ਕੁੜਤਾ ਪਜਾਮਾ ਦੇ ਕੇ ਆਏ ਹਾਂ ਲਾਸ਼ ਵਾਸਤੇ, ਹਨਾ। ਸੋ ਇਹ ਜਾਣੀ ਕਿ ਇੱਕ ਭਾਈਚਾਰੇ 'ਚ ਨਹੀਂ, ਸਾਡੇ ਭਾਈਚਾਰੇ 'ਚ ਵੀ ਹੈਗਾ ਇੱਦਾਂ ਦੀਆਂ ਵੀ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ, ਤੇ ਸਾਡੇ ਆਪਣੇ ਸਿੱਖ ਭਾਈਚਾਰੇ 'ਚ ਵੀ ਇੱਦਾਂ ਹੈਗਾ ਵੀ ਆਗੂ ਜਦੋਂ ਤੁਰ ਵੀ ਪੈਣ ਉੱਧਰੋਂ ਲਾਸ਼ ਅਸੀਂ ਲਿਜਾਣ ਨੂੰ ਤਿਆਰ ਹੋਈਏ ਤੇ ਉਹਨਾਂ ਨੇ ਕਹਿਣਾ ਤੇ ਰੁਕ ਜਾਓ, ਅਸੀਂ ਅਜੇ ਫੋਟੋ ਖਿਚਾਉਣੀ ਆ ਕੇ ਫਿਰ ਲੈ ਜਾਇਓ। ਇੱਦਾਂ ਦੇ ਤਮਾਸ਼ੇ ਵੀ ਜਾਣੀ ਕਰਦੇ ਆ ਸਾਡੇ ਆਗੂ ਜਿਹੜੇ ਬਣੇ ਹੋਏ ਆਪੇ ਜਾਂ ਜੋ ਵੀ ਆ। ਇਸ ਕਰਕੇ ਇਹ ਹੈ ਜੀ ਵੀ ਬੜੇ ਤਰ੍ਹਾਂ ਦੀਆਂ ਹਾਲਾਤਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹਰਮਿੰਦਰ ਹੰਸੀ ਜੀ ਨੇ, ਪਰ ਇਸ ਸਮੇਂ ਉਹ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ, ਮਿਹਨਤ ਕਰ ਰਹੇ ਨੇ ਜਿਹੜੀ ਇਹ ਬੋਡੀ ਕਾਰਤਿਕ ਵਾਸੂਦੇਵ ਦੀ ਭੇਜਣੀ ਆ ਗਾਜ਼ੀਆਬਾਦ ਜੀ। ਗੱਲਬਾਤ ਜੌਲ ਸਾਹਿਬ ਇੱਥੋਂ ਹੀ ਅਸੀਂ ਫਿਰ ਤੋਂ ਸ਼ੁਰੂ ਕਰਦੇ ਹਾਂ ਜੀ। ਜਦੋਂ ਵੀ ਕੋਈ ਨਵੇਂ ਬਜ਼ੁਰਗ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਜੀ ਕਿ ਰੂਲਸ ਕੀ ਹੁੰਦੇ ਨੇ ਕੈਨੇਡਾ ਦੇ, ਅਜਿਹੇ 10 ਪੈਡੈਸਟਰੀਅਨਸ ਮੋਸਟ ਆਫ ਦਮ ਜਿਹੜੇ ਸੀਨੀਅਰਸ ਨੇ ਉਹ ਮਾਰੇ ਗਏ ਨੇ ਜੀ ਰੋਡ ਐਕਸੀਡੈਂਟਸ ਦੇ ਵਿੱਚ। ਮੰਨ ਲਓ ਜਿਹੜੇ ਜੇ ਵਾਕਿੰਗ ਕਰ ਲਓ ਜਾਂ ਜਿਹੜੇ ਸੜਕਾਂ ਤੇ ਵਾਕ ਕਰ ਰਹੇ ਨੇ, ਇਹ ਪਾਸਟ 100 ਦਿਨਾਂ ਦੇ ਵਿੱਚ ਟੋਰਾਂਟੋ ਦੇ ਵਿੱਚ 10 ਅਜਿਹੇ ਪੈਡੈਸਟਰੀਅਨਸ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜੀ।
ਬਿਲਕੁਲ ਜੀ, ਇਹਦੇ ਵਿੱਚ ਬਰੈਂਪਟਨ ਮਿਸਿਸਾਗਾ ਵਾਲੇ ਆਪਾਂ ਨਹੀਂ ਰੱਖੇ, ਮਤਲਬ ਟੋਰੰਟੋ ਸਿਟੀ ਦੇ ਵਿੱਚ ਹੀ ਆ। ਮਤਲਬ ਐਗਜ਼ਾਮਪਲ ਆਪਾਂ ਸਮਝ ਹੀ ਸਕਦੇ ਵੀ ਜਾਣੀ ਬਹੁਤ ਵੱਡੀ ਤਾਦਾਦ ਆ ਜਿਹੜੀ ਕਿ ਸੜਕਾਂ ਤੇ ਤਰਥੱਲੀਆਂ ਦੇ ਵਿੱਚ ਜਾਨਾਂ ਰਾਹਗੀਰਾਂ ਦੀਆਂ ਅਰਚ ਜਾ ਰਹੀਆਂ। ਇਹ ਹੁਣ ਤੱਕ ਜਾਣੀ ਸਿਟੀ ਦੇ ਵਿੱਚ ਟ੍ਰੈਫਿਕ ਰਿਲੇਟਡ ਜਿਹੜੀਆਂ ਡੈਥਸ ਆ, ਜਾਣੀ ਕਿ ਸੜਕਾਂ ਤੇ ਮੌਤਾਂ ਜਿਹੜੀਆਂ ਹੋਈਆਂ ਲੋਕਾਂ ਦੀਆਂ, ਉਹ 14 ਹੋਈਆਂ ਕੁੱਲ ਜੀ। 14 ਦੇ ਵਿੱਚੋਂ 10 ਜਾਣੀ ਕਿ ਇਹ ਰਾਹਗੀਰ ਜਿਹੜੇ ਸੜਕ ਪਾਰ ਕਰ ਰਹੇ ਸੀ, ਪੈਡੈਸਟਰੀਅਨ ਸੀਗੇ 10 ਹੈ ਜੀ। ਸੋ ਵੀ ਇਹ ਵਾਸਟ ਮੈਜੋਰਿਟੀ ਆ ਸੜਕਾਂ ਤੇ ਮਰ ਰਹੇ ਲੋਕਾਂ ਦੇ ਵਿੱਚ, ਜਿਹੜੇ ਕਿ ਸੜਕ ਪਾਰ ਕਰਨ ਲੱਗਿਆਂ, ਲੰਘਣ ਲੱਗਿਆਂ, ਮਤਲਬ ਡੈਜਿਗਨੇਟਡ ਪਲੇਸ ਤੋਂ ਜਾਂ ਅਦਰਵਾਈਜ਼ ਜਿੱਥੋਂ ਰਾਹ ਮਿਲਿਆ, ਜੇ ਵਾਕਿੰਗ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੈ। ਤਾਂ ਹੁਣ ਇਹਦੇ ਵਿੱਚ ਵੀ ਉਹੀ ਗੱਲ ਜੋ ਪਹਿਲਾਂ ਆਪਾਂ ਕੀਤੀ ਵੀ ਸਪੀਡ ਕਿਲਸ, ਸਪੀਡ ਜਿਹੜੀ ਰਫਤਾਰ ਹੈ ਬੇਲਗਾਮ ਸਾਡੀ, ਉਹ ਮਾਰੂ ਆ ਜੀ। ਤੇ ਉਹ ਰਫਤਾਰ ਭਾਵੇਂ ਸਾਡੀ ਪੈਦਲ ਤੁਰਿਆ ਜਾਂਦਿਆਂ ਹੋਵੇ ਤੇ ਜਾਂ ਫਿਰ ਗੱਡੀਆਂ 'ਚ ਹੋਵੇ, ਗੱਲ ਇੱਕੋ ਹੀ ਆ, ਮਾਰੂ ਆ। ਹੁਣ ਪੈਦਲ ਤੁਰੇ ਜਾਂਦਿਆਂ ਵੀ ਜੇ ਵਾਕਿੰਗ ਤੁਸੀਂ ਕਿਹਾ ਵੀ ਜਿੱਥੋਂ ਰਾਹ ਮਿਲੇ, ਜਿੱਥੋਂ ਚੰਗਾ ਲੱਗੇ ਉੱਥੋਂ ਸੜਕ ਪਾਰ ਕਰਨੀ ਹਨਾ, ਤੇ ਕਰਨੀ ਉਸ ਵੇਲੇ ਜਾਣੀ ਜਦੋਂ ਅਸੀਂ ਗਲਤ ਸੜਕ ਪਾਰ ਕਰਦੇ ਹਾਂ ਉਦੋਂ ਆਪਣੀ ਰਫਤਾਰ ਕੀ ਹੁੰਦੀ ਹੈ ਆਪਾਂ ਨੂੰ ਪਤਾ ਹੀ ਹੈ ਜੀ। ਅੱਛਾ, ਉਧਰੋਂ ਗੱਡੀਆਂ ਵਾਲਿਆਂ ਨੂੰ ਤਾਂ ਕਾਹਲੀ ਤੁਹਾਨੂੰ ਪਤਾ ਕਈ ਵਾਰੀ ਉਦਾਂ ਹੀ ਹੁੰਦੀ ਆ ਵੀ ਭਾਵੇਂ ਕਾਹਲੀ ਨਾ ਵੀ ਹੋਵੇ, ਵੀ ਕਿਤੇ ਨਾ ਵੀ ਗਾਂਹ ਪਹੁੰਚਣਾ ਹੋਵੇ, ਪਰ ਛੂਟ ਜਾਣੀ ਕਿ ਉਹਨਾਂ ਨੇ ਵੱਟੀ ਰੱਖਣੀ ਹੁੰਦੀ ਕਈ ਵਾਰੀ ਸੜਕਾਂ ਦੇ ਉੱਤੇ। ਸੋ ਇਸ ਤਰ੍ਹਾਂ ਇਹ ਆ ਜੀ ਵੀ ਇਹ ਡਰਾਈਵਰਾਂ ਦੀ ਆਪਣੀ ਕਾਹਲੀ, ਰਾਹਗੀਰਾਂ ਦੀ ਆਪਣੀ ਕਾਹਲੀ, ਉਹਦੇ ਵਿੱਚ ਜਾਣੀ ਕਿ ਇਹ ਜਿਹੜਾ ਮੌਤ ਦਾ ਤਾਂਡਵ ਆ ਨਾ, ਇਹ ਸੜਕਾਂ ਸਾਡੇ ਦੇਸ਼ ਦਾ, ਹੁਣ ਆਪਾਂ ਕਹਿੰਦੇ ਵੀ ਨੰਬਰ 1 ਦੇਸ਼ ਆ ਜੀ, ਨੰਬਰ 1 ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਜਾਣੀ ਜਿਹੜੀਆਂ 14 ਮੌਤਾਂ ਸੜਕਾਂ ਤੇ ਹੁਣ ਤੱਕ ਹੋਈਆਂ ਪਿਛਲੇ 100 ਦਿਨਾਂ 'ਚ ਕਹਿ ਲਓ ਵੀ ਉਹਦੇ ਵਿੱਚ 10 ਜਿਹੜੇ ਵਿਅਕਤੀ ਮਰੇ ਆ ਉਹ ਜਸਟ ਸੜਕ ਪਾਰ ਕਰ ਰਹੇ ਸੀਗੇ ਹਨਾ, ਸੀਨੀਅਰ ਮੈਜੋਰਟੀ ਸੀਨੀਅਰ ਸੀਗੇ। ਸੋ ਇਹ ਆ ਜੀ ਵੀ ਹੁਣ ਪੁਲਿਸ ਤਾਂ ਇਹੀ ਕਹਿੰਦੇ ਨੇ ਵੀ ਸੜਕ ਇੱਕ ਤੇ ਜਿਹੜੀ ਜਿੱਥੋਂ ਪਾਰ ਕਰਨੀ ਚਾਹੀਦੀ ਆ ਉੱਥੋਂ ਸਮਾਂ ਲਾਈਟ ਆਪਣੀ ਦੇਖ ਕੇ ਲੰਘਿਆ ਜਾਵੇ ਤਰੀਕੇ ਸਲੀਕੇ ਦੇ ਨਾਲ ਜੀ। ਤੇ ਜੇ ਤੁਹਾਨੂੰ ਆਪਣੀ ਹੋ ਵੀ ਗਈ ਆ ਲਾਈਟ ਸੜਕ ਕ੍ਰੋਸ ਕਰਨ ਦੇ ਲਈ, ਤਦ ਵੀ ਜਿਹੜਾ ਡਰਾਈਵਰ ਉੱਥੇ ਦੇਖੋ ਗੱਡੀ ਪਿਆ ਕੇ ਰੁਕੇ ਨੇ ਕਿ ਅਜੇ ਤੁਰੀ ਆ ਰਹੀ, ਉਹ ਜਿੰਨਾ ਚਿਰ ਰੁਕ ਨਹੀਂ ਜਾਂਦਾ, ਜਿੰਨਾ ਚਿਰ ਉਹ ਡਰਾਈਵਰ ਦੇ ਨਾਲ ਤੁਹਾਡਾ ਆਈ ਕਾਂਟੈਕਟ ਨਾ ਹੋ ਜੇ, ਸੜਕ ਪਾਰ ਕਰਨੀ ਸ਼ੁਰੂ ਨਾ ਕਰੋ। ਸੋ ਭਈ ਜ਼ਰੂਰੀ ਨਹੀਂ ਹੈਗਾ ਵੀ ਹੁਣ ਲਾਈਟ ਹੋ ਗਈ ਆ ਤੇ ਮੈਂ ਮਤਲਬ ਲੰਘਣ ਲਈ ਕਲੀਅਰ ਆ, ਪਰ ਆਈ ਕਾਂਟੈਕਟ ਜਿਹੜਾ ਵੀ ਉਹ ਮੈਟਰ ਕਰਦਾ ਪੈਡੈਸਟਰੀਅਨ ਤੇ ਡਰਾਈਵਰ ਦੇ ਵਿਚਕਾਰ। ਇਸ ਤਰ੍ਹਾਂ ਦੇ ਸੇਫਟੀ ਮੇਜਰਸ ਉਹ ਤਾਂ ਦੱਸਦੇ ਹੀ ਰਹਿੰਦੇ ਆ, ਪਰ ਇਹ ਵੀ ਇੱਕ ਇਹੋ ਜਿਹਾ ਕੰਮ ਆ ਜਿਹੜਾ ਕਿ ਹਰ ਨਵੇਂ ਸਾਲ ਦੇ ਵਿੱਚ ਵੀ ਪੁਰਾਣੇ ਵਾਂਗੂ ਜਾਣੀ ਚੱਲਦਾ ਰਹਿੰਦਾ। ਇੱਕ ਇਹੋ ਜਿਹੀ ਇਹ ਤਰਾਸਦੀ ਆ ਮੌਤਾਂ ਦੀ, ਇੱਕੋ ਸਾਲ ਲੰਘਦਾ ਥੋੜ੍ਹਾ ਵੀ ਜਦੋਂ ਪੈਡੈਸਟਰੀਅਨ ਜਿਹੜੇ ਉਹ ਸੜਕਾਂ ਤੇ ਨਹੀਂ ਮਰੇ, ਚੱਲੀ ਜਾਂਦਾ ਇਹ ਕੰਮ। ਕਤਲਾਂ ਦਾ ਵੀ ਇੱਦਾਂ ਹੀ ਆ, ਸ਼ੂਟਿੰਗਸ ਦਾ ਵੀ ਇੱਦਾਂ ਹੀ ਆ, ਛੁਰੀਆਂ ਦਾ, ਸਟੈਬਿੰਗਸ ਦਾ ਵੀ ਇੱਦਾਂ ਹੀ ਆ, ਤੇ ਇਹਦੇ ਨਾਲ ਫਿਰ ਇਹ ਰਾਹਗੀਰਾਂ ਦਾ ਮਰਨਾ ਵੀ ਜਾਣੀ ਇੱਦਾਂ ਹੀ ਆ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ 14 ਮੌਤਾਂ ਹੁਣ ਤੱਕ ਸੜਕਾਂ ਤੇ ਹੋਈਆਂ ਟੋਰੰਟੋ ਸਿਟੀ ਦੇ ਵਿੱਚ, ਜਿਹਦੇ ਵਿੱਚ 10 ਸਿਰਫ ਇਹ ਪੈਡੈਸਟਰੀਅਨ ਸੀਗੇ ਜੀ। 905 813 1320 ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਵੀ ਜੌਲ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।